ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਭਾਰਤ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਭਾਰਤ ਦੇ ਵਿੱਚ ਲਗਾਤਾਰ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਇਸੇ ਕਰਕੇ ਭਾਰਤ ਦੇ ਵਿੱਚ ਕਰੋਨਾ ਦੀ ਦਵਾਈ ਲੱਭਣ ਦੇ ਲਈ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ ਸਿਹਤ ਮਾਹਿਰਾਂ ਦੇ ਵੱਲੋਂ, ਵਿਗਿਆਨੀਆਂ ਦੇ ਵੱਲੋਂ। ਵੈਸੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿਗਿਆਨੀ ਦੇ ਜਿਹੜੇ ਉਹਨਾਂ ਦੇ ਵੱਲੋਂ ਕਰੋਨਾ ਦੀ ਦਵਾਈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁਕੰਮਲ ਤੌਰ ਦੇ ਉੱਤੇ ਸਫਲਤਾ ਕਿਸੇ ਨੂੰ ਵੀ ਨਹੀਂ ਮਿਲੀ। ਕਿਸੇ ਦੇਸ਼ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਦਵਾਈ ਤਿਆਰ ਕਰ ਲਈ ਆ, ਪਰ ਤਜਰਬੇ ਦੇ ਗੇੜ ਵਿੱਚੋਂ ਨਿਕਲ ਰਹੇ ਹਾਂ। ਕਿਸੇ ਦੇਸ਼ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਦਵਾਈ ਲੱਭਣ ਦੇ ਬਿਲਕੁਲ ਨੱਕੇ ਦੇ ਉੱਤੇ ਪਹੁੰਚ ਗਏ ਹਾਂ, ਅਸੀਂ ਸਮਝ ਲਓ ਵੀ ਦਵਾਈ ਲੱਭ ਲਈ। ਕਿਸੇ ਦੇਸ਼ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਾਲੇ 1 ਸਾਲ ਦਵਾਈ ਲੱਭਣ ਤੇ ਲੱਗ ਜਾਣਾ। ਕਿਸੇ ਵੱਲੋਂ ਕੁਝ ਤੇ ਕਿਸੇ ਵੱਲੋਂ ਕੁਝ, ਪਰ ਪਰਸੋਂ ਜਿਸ ਤਰੀਕੇ ਦੇ ਨਾਲ ਯੋਗ ਗੁਰੂ ਰਾਮਦੇਵ ਦੇ ਵੱਲੋਂ ਦਾਅਵਾ ਕਰ ਦਿੱਤਾ ਗਿਆ ਮੀਡੀਆ ਦੇ ਮੂਹਰੇ ਆ ਕੇ ਕਿ ਅਸੀਂ ਦਵਾਈ ਲੱਭ ਲਈ ਹੈ ਤੇ ਕੋਰੋਨਲ ਦਵਾਈ ਹੈ ਜਿਹੜੀ ਇਹ ਬਿਲਕੁਲ ਲੋਕਾਂ ਨੂੰ ਤੰਦਰੁਸਤ ਕਰੂਗੀ। 100% ਇਹਦੇ ਨਤੀਜੇ ਸਾਹਮਣੇ ਆ ਗਏ ਆ। ਅਸੀਂ ਇਹਦਾ ਟਰਾਇਲ ਕਰਕੇ ਦੇਖ ਲਿਆ ਤੇ ਅਭਿਆਸ ਆ ਜਿਹੜਾ ਉਹ ਸਾਡਾ ਬਹੁਤ ਵਧੀਆ ਰਿਹਾ ਤੇ ਅਸੀਂ ਬਹੁਤ ਸੋਹਣੇ ਤਜਰਬੇ ਦੇ ਵਿੱਚੋਂ ਨਿਕਲੇ ਆ। ਪਰ 5 ਘੰਟਿਆਂ ਬਾਅਦ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਰੋਕ ਲਾਈ ਗਈ, ਪ੍ਰਚਾਰ ਦੇ ਉੱਤੇ ਵੀ ਤੇ ਇਹਦੇ ਪ੍ਰਸਾਰ ਦੇ ਉੱਤੇ ਵੀ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਨਵੇਂ ਖੜੇ ਹੋਏ ਆ। ਹੁਣ ਰਾਮਦੇਵ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ। ਯਾਨੀ ਕਿ ਕਾਰੋਬਾਰ ਨੂੰ ਚਮਕਾਉਣ ਦੀ ਇੱਛਾ ਤਾਂ ਚਲੋ ਸਭ ਦੀ ਹੁੰਦੀ ਹੈ, ਪਰ ਨਿਯਮਾਂ ਨੂੰ, ਕਾਨੂੰਨਾਂ ਨੂੰ ਛਿੱਕੇ ਦੇ ਉੱਤੇ ਟੰਗ ਕੇ ਜੇਕਰ ਅਸੀਂ ਇਹ ਗੱਲ ਸੋਚੀਏ ਕਿ ਜਿਵੇਂ ਮੈਂ ਬਣਾ ਲਿਆ ਉਵੇਂ ਸਭ ਕੁਝ ਠੀਕ ਹੋਊਗਾ। ਰਾਜਸਥਾਨ ਦੇ ਇੱਕ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਆ, ਰਘੂ ਸ਼ਰਮਾ ਦੇ ਵੱਲੋਂ, ਕਿ ਜੇਕਰ ਸਾਡੇ ਸੂਬੇ ਦੇ ਵਿੱਚ ਦਵਾਈ ਵੇਚੀ ਗਈ ਜਾਂ ਸਾਡੇ ਸੂਬੇ ਦੇ ਮੁਤਲਕ ਕੋਈ ਵੀ ਇਹੋ ਜਿਹੀ ਗੱਲ ਸਾਹਮਣੇ ਆਈ ਤਾਂ ਰਾਮਦੇਵ ਨੂੰ ਸਿੱਖਾਂ ਦੇ ਪਿੱਛੇ ਵੀ ਸੁੱਟਿਆ ਜਾ ਸਕਦਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਰਾਮਦੇਵ ਨੇ ਇਹ ਗੱਲ ਕਹੀ ਸੀ ਕਿ ਰਾਜਸਥਾਨ ਦੇ ਕੁਝ ਲੋਕਾਂ ਦੇ ਉੱਤੇ ਵੀ ਟਰਾਇਲ ਕੀਤਾ ਗਿਆ ਇਸ ਦਵਾਈ ਦਾ, ਉਹਨਾਂ ਦੇ ਉੱਤੇ ਤਜਰਬਾ ਕਰਕੇ ਦੇਖਿਆ ਗਿਆ, 100% ਦੇ ਨਤੀਜੇ ਆਏ ਆ। ਗੱਲ ਅਸਲ ਦੇ ਵਿੱਚ ਇਹ ਹੈ ਕਿ ਕਰੋਨਾ ਦੀ ਦਵਾਈ ਲੱਭਣ ਦੀਆਂ ਕੋਸ਼ਿਸ਼ਾਂ ਬੇਸ਼ੱਕ ਜਾਰੀ ਹੈ, ਪਰ ਕਿਸੇ ਵੀ ਦਵਾਈ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਪਹਿਲਾਂ, ਕਿਸੇ ਵੀ ਦਵਾਈ ਨੂੰ ਜਨਤਾ ਦੇ ਹਵਾਲੇ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਨਿਕਲਣਾ ਪੈਂਦਾ। ਭਾਰਤ ਦੇ ਵਿੱਚ ਜਿਹੜੀ ਕੋਈ ਦਵਾਈ ਤਿਆਰ ਹੋਊਗੀ ਉਹਦੇ ਲਈ ਲਾਇਸੈਂਸ ਵੀ ਲੈਣਾ ਪੈਂਦਾ। ਉਹਦੇ ਲਈ ਕਿਹੜੇ-ਕਿਹੜੇ ਤੁਹਾਡੇ ਨਾਲ ਵਿਗਿਆਨੀ ਜੁੜੇ ਆ, ਖੋਜੀ ਜੁੜੇ ਆ, ਤੁਸੀਂ ਕਿਹੜੀਆਂ-ਕਿਹੜੀਆਂ ਜੜੀ ਬੂਟੀਆਂ ਜਾਂ ਕਿਹੜੀਆਂ-ਕਿਹੜੀਆਂ ਦਵਾਈਆਂ ਦਾ ਮਿਸ਼ਰਣ ਤਿਆਰ ਕਰਕੇ ਤੇ ਇਹ ਦਵਾਈ ਤਿਆਰ ਕੀਤੀ ਹੈ। ਤੁਹਾਡੀ ਦਵਾਈ ਹੈ ਜਿਹੜੀ ਉਹ ਲੋਕ ਮਾਰੂ ਸਾਬਤ ਨਹੀਂ ਹੋਊਗੀ। ਤੁਹਾਡੀ ਦਵਾਈ ਦੇ ਚੰਗੇ ਨਤੀਜੇ ਹੀ ਆਏ ਆ। ਤੁਹਾਡੀ ਦਵਾਈ ਦਾ ਕਿਹੜੇ-ਕਿਹੜੇ ਲੋਕਾਂ ਦੇ ਉੱਤੇ ਟਰਾਇਲ ਕੀਤਾ ਗਿਆ, ਟਰਾਇਲ ਦੇ ਵਿੱਚ ਕਿੰਨੀ ਫੀਸ ਦੀ ਸਫਲਤਾ ਮਿਲੀ ਹੈ, ਇਹ ਬਹੁਤ ਸਾਰੀਆਂ ਪ੍ਰਕਿਰਿਆਵਾਂ ਤੇ ਇਸ ਤੋਂ ਬਿਨਾਂ ਵੀ ਇਹੋ ਜਿਹੀਆਂ ਪ੍ਰਕਿਰਿਆਵਾਂ ਬੇਹੱਦ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਫੇਰ ਹੀ ਕੋਈ ਦਵਾਈ ਹੈ ਜਿਹੜੀ ਲੋਕਾਂ ਦੇ ਕੋਲ ਪਹੁੰਚਾਈ ਜਾਂਦੀ ਹੈ। ਪਰ ਰਾਮਦੇਵ ਹੋਰਾਂ ਨੇ ਕਹਿਤਾ ਕਿ ਅਸੀਂ ਦਵਾਈ ਬਣਾ ਲਈ, ਅਸੀਂ ਟਰਾਇਲ ਕਰ ਲਿਆ, ਨਤੀਜੇ 100% ਦੀ ਆਏ ਆ, ਬੇਫਿਕਰੀ ਵਾਲੀ ਗੱਲ ਹੈ ਤੇ ਇਹ ਦਵਾਈ ਹੁਣ ਲੋਕਾਂ ਦੇ ਲਈ ਅਸੀਂ ਤਿਆਰ ਜਿਹੜੀ ਕੀਤੀ ਹੈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਹੁਣ ਬਿਹਾਰ ਦੇ ਵਿੱਚ ਰਾਮਦੇਵ ਦੇ ਉੱਤੇ ਪਰਚਾ ਦਰਜ ਹੋ ਗਿਆ, ਆਚਾਰੀਆ ਬਾਲਕ੍ਰਿਸ਼ਨ ਦੇ ਉੱਤੇ ਵੀ ਹੋ ਗਿਆ। ਮਹਾਰਾਸ਼ਟਰ ਦੀ ਸਰਕਾਰ ਨੇ ਇਹ ਗੱਲ ਕਹੀ ਆ ਕਿ ਅਸੀਂ ਇੱਥੇ ਦਵਾਈ ਵਿਕਣ ਨਹੀਂ ਦੇਣੀ। ਯਾਨੀ ਕਿ ਮਹਾਰਾਸ਼ਟਰ ਦੇ ਵਿੱਚ, ਯਾਨੀ ਕਿ ਰਾਮਦੇਵ ਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ ਸੀ ਕਿ ਮੇਰੀ ਕੇਂਦਰ ਦੇ ਵਿੱਚ ਬਹੁਤ ਬੈਠਣੀ ਉੱਠਣੀ ਹੈ, ਇਸ ਕਰਕੇ ਜੋ ਮੈਂ ਤਿਆਰ ਕਰ ਲਿਆ ਉਹ ਬਸ 100% ਦੀ ਪ੍ਰਵਾਨ ਹੈ, ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ, ਵਕਤ ਦੱਸੂਗਾ। ਪਰ ਇੰਨੀ ਕਾਹਲੀ ਕਿਹੜੀ ਗੱਲੋਂ ਕੀਤੀ ਗਈ ਆ? ਰਾਮਦੇਵ ਨੇ ਕੀ ਆਪਣੇ ਕਾਰੋਬਾਰ ਨੂੰ, ਪਤੰਜਲੀ ਨੂੰ ਚਮਕਾਉਣ ਦੇ ਲਈ ਸਾਰਾ ਕੁਝ ਕੀਤਾ? ਕੀ ਉਹਨੇ ਸੱਚੀ ਮੁੱਚੀ ਤਸੱਲੀਜਨਕ ਦਵਾਈ ਤਿਆਰ ਕੀਤੀ ਹੈ? ਕਿਉਂਕਿ ਜਿਹੜੇ ਅਧਿਕਾਰੀਆਂ ਨੇ ਜਾਂ ਜਿਹੜੇ ਵਿਭਾਗ ਨੇ ਲਾਇਸੈਂਸ ਜਾਰੀ ਕਰਨਾ ਹੁੰਦਾ, ਉਹਨਾਂ ਨੇ ਇਹ ਗੱਲ ਕਹੀ ਆ ਕਿ ਖੰਘ ਤੇ ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ ਅਸੀਂ ਇੱਕ ਦਵਾਈ ਦੇ ਲਈ ਇਹ ਤਜਰਬਾ ਕਰਨ ਦੀ ਖੁੱਲ੍ਹ ਦਿੱਤੀ ਸੀ। ਅਸੀਂ ਇਹਦਾ ਲਾਇਸੈਂਸ ਜਾਰੀ ਕੀਤਾ ਸੀ, ਨਾ ਕਿ ਅਸੀਂ ਲਾਇਸੈਂਸ ਜਾਰੀ ਕੀਤਾ ਕਿ ਤੁਸੀਂ ਕਰੋਨਾ ਦੀ ਦਵਾਈ ਲੱਭ ਲਓ ਜਾਂ ਲੱਭ ਲਈ ਹੈ, ਸਾਨੂੰ ਇਹਦੇ ਮੁਤਲਕ ਜਾਣਕਾਰੀ ਨਹੀਂ। ਸੋ ਆਉਂਦੇ ਦਿਨਾਂ ਦੇ ਵਿੱਚ ਰਾਮਦੇਵ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਧਾ ਹੋ ਜਾਣਾ। ਇਸ ਮਾਮਲੇ ਦੇ ਉੱਤੇ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਵਿਚਾਰ ਆ। ਤੁਹਾਨੂੰ ਸ਼ਾਇਦ ਚੇਤੇ ਹੋਵੇ ਕਿ ਪੰਜਾਬ ਦੇ ਵਿੱਚ ਨੀਟੂ ਸ਼ਟਰਾਂ ਵਾਲੇ ਨੇ ਜਦੋਂ ਪੰਜਾਬ ਦੇ ਵਿੱਚ ਕਰੋਨਾ ਹਾਲੇ ਸ਼ੁਰੂ ਹੀ ਹੋਇਆ ਸੀ, ਮੀਡੀਆ ਦੇ ਮੂਹਰੇ ਆ ਕੇ ਗੱਲ ਕਹੀ ਸੀ ਜੀ ਕਿ ਮੈਂ ਕਰੋਨਾ ਦੀ ਦਵਾਈ ਤਿਆਰ ਕਰ ਲਈ ਆ। ਉਹਨੂੰ ਸਿੱਖਾਂ ਦੇ ਪਿੱਛੇ ਸੁੱਟ ਦਿੱਤਾ ਗਿਆ ਸੀ, ਉਹਦੇ ਉੱਤੇ ਬਣਦੀ ਕਾਰਵਾਈ ਹੋਈ ਸੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਰੂਪ ਦੇ ਵਿੱਚ। ਪਰ ਹੁਣ ਜੇਕਰ ਰਾਮਦੇਵ ਨੇ ਵੀ ਉਹੀ ਗੱਲ ਕੀਤੀ ਹੈ, ਇੰਨੇ ਵੱਡੇ ਪੱਧਰ ਦੇ ਉੱਤੇ ਮੀਡੀਆ ਦੇ ਮੂਹਰੇ ਆ ਕੇ ਕੀਤੀ ਹੈ, ਤਾਂ ਬਣਦੀ ਤਾਂ ਉਹਦੇ ਖਿਲਾਫ ਵੀ ਇਹੀ ਕਾਰਵਾਈ ਹੈ। ਪਰ ਕਿਉਂਕਿ ਉਹਦੀ ਸਰਕਾਰੀ ਦਰਬਾਰੇ ਪਹੁੰਚ ਹੈ, ਸ਼ਾਇਦ ਇੰਨੀ ਵੱਡੀ ਉਹਦੇ ਖਿਲਾਫ ਕਾਰਵਾਈ ਨਾ ਹੋਵੇ। ਪਰ ਰਾਮਦੇਵ ਨੂੰ ਲੋਕਾਂ ਦੇ ਮੂਹਰੇ ਗਪੌੜ ਛੱਡਣ ਦੀ ਕੀ ਲੋੜ ਸੀ? ਰਾਮਦੇਵ ਨੇ ਇੰਨੀ ਵੱਡੀ ਚਾਲ ਕਿਉਂ ਚੱਲੀ, ਜਾਂ ਰਾਮਦੇਵ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕੀਤੀ? ਇਹਦੇ ਮੁਤਲਕ ਲੋਕਾਂ ਦੇ ਆਪੋ ਆਪਣੇ ਵਿਚਾਰ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਰਾਮਦੇਵ ਦੀ ਬਾਂਹ ਨੂੰ ਕਿਸ ਤਰੀਕੇ ਨਾਲ ਮਰੋੜਿਆ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਮਦੇਵ ਦੀ ਦਵਾਈ ਕੋਰੋਨਲ ਟੈਬਲੇਟ ਦੇ ਉੱਤੇ ਮਹਾਰਾਸ਼ਟਰ ਸਰਕਾਰ ਨੇ ਵੀ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਸਰਕਾਰ ਨੇ ਵੀ ਇਹਦੇ ਉੱਤੇ ਰੋਕ ਲਾਈ ਸੀ। ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਵਿਭਾਗ ਦੇ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਕੋਰੋਨਲ ਦੇ ਕਲੀਨਿਕਲ ਟਰਾਇਲ ਦੇ ਬਾਰੇ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਹੈ, ਸੋ ਮਹਾਰਾਸ਼ਟਰ ਦੇ ਵਿੱਚ ਦਵਾਈ ਦੀ ਵਿਕਰੀ ਦੇ ਉੱਤੇ ਪਾਬੰਦੀ ਰਹੇਗੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਸੀ ਕਿ ਜਿਸ ਨੂੰ ਵਿਸ਼ਵਾਸ ਹੋਵੇ ਉਹੀ ਦਵਾਈ ਦਾ ਸੇਵਨ ਕਰੇ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਜੈਪੁਰ ਇਸ ਗੱਲ ਦਾ ਪਤਾ ਲਗਾਵੇਗਾ ਕਿ ਕੀ ਪਤੰਜਲੀ ਦੇ ਕੋਰੋਨਿਲ ਦਾ ਕਲੀਨਿਕਲ ਟ੍ਰਾਇਲ ਕੀਤਾ ਗਿਆ ਸੀ। ਅਸੀਂ ਰਾਮਦੇਵ ਨੂੰ ਚੇਤਾਵਨੀ ਦਿੰਦੇ ਹਾਂ ਕਿ ਸਾਡੀ ਸਰਕਾਰ ਮਹਾਰਾਸ਼ਟਰ ਦੇ ਵਿੱਚ ਨਕਲੀ ਦਵਾਈਆਂ ਦੀ ਵਿਕਰੀ ਦੀ ਆਗਿਆ ਨਹੀਂ ਦੇਵੇਗੀ। ਪਤੰਜਲੀ ਆਯੁਰਵੇਦ ਦੀ ਕਰੋਨਾ ਦਵਾਈ ਦੇ ਉੱਤੇ ਸ਼੍ਰੀਪਦ ਨਾਇਕ ਜੋ ਕਿ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਰਾਮਦੇਵ ਨੇ ਦੇਸ਼ ਦੇ ਲਈ ਨਵੀਂ ਦਵਾਈ ਤਿਆਰ ਕੀਤੀ ਹੈ, ਪਰ ਨਿਯਮਾਂ ਦੇ ਮੁਤਾਬਕ ਹੀ ਸਭ ਕੁਝ ਹੋਣਾ ਚਾਹੀਦਾ ਹੈ। ਸਰਕਾਰ ਨੇ ਕਿਹਾ ਕਿ ਦਵਾਈ ਦੇ ਲਈ ਕੋਈ ਵਿਗਿਆਨਕ ਜਾਂਚ ਨਹੀਂ ਕਰਵਾਈ ਗਈ ਤੇ ਦਵਾਈ ਦੇ ਲਈ ਲਾਇਸੈਂਸ ਸਮੇਤ ਦਵਾਈ ਦੇ ਵਿੱਚ ਇਸਤੇਮਾਲ ਸਮੱਗਰੀ, ਦਵਾਈ ਦੀ ਰਿਸਰਚ ਵਾਲੀ ਥਾਂ, ਹਸਪਤਾਲਾਂ, ਪ੍ਰੋਟੋਕਾਲ ਤੇ ਹੋਰ ਕਿਸੇ ਵੀ ਮਾਮਲੇ ਦੇ ਉੱਤੇ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ ਗਿਆ। ਇਸੇ ਤਰੀਕੇ ਦੇ ਨਾਲ ਇਹ ਵੀ ਪ੍ਰਾਪਤ ਹੋਇਆ ਕਿ ਬਿਹਾਰ ਦੇ ਵਿੱਚ ਰਾਮਦੇਵ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ। ਹਾਲਾਂਕਿ ਰਾਮਦੇਵ ਨੇ ਇਹ ਗੱਲ ਕਹੀ ਹੈ ਕਿ ਸੰਬੰਧਿਤ ਵਿਭਾਗ ਨੂੰ ਅਸੀਂ 11 ਸਫ਼ਿਆਂ ਦਾ ਸੰਤੁਸ਼ਟੀਪੂਰਨ ਉੱਤਰ ਦੇਣ ਦੇ ਲਈ ਪੱਤਰ ਭੇਜ ਦਿੱਤਾ ਹੈ, ਜਿਹਦੇ ਵਿੱਚ ਅਸੀਂ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਹੈ। ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਕਿ ਇਸ ਵਕਤ ਜਦੋਂ ਦੇਸ਼ ਦੇ ਵਿੱਚ ਕਰੋਨਾ ਦੇ ਨਾਂ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੀ ਗਿਣਤੀ ਘੱਟ ਨਹੀਂ ਤੇ ਜੋ ਲੋਕ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਰਾਮਦੇਵ ਨੂੰ ਲਾਇਸੈਂਸ ਕਿਸ ਨੇ ਜਾਰੀ ਕੀਤਾ ਤੇ ਜੇਕਰ ਲਾਇਸੈਂਸ ਜਾਰੀ ਨਹੀਂ ਹੋਇਆ ਤਾਂ ਰਾਮਦੇਵ ਦੇ ਵੱਲੋਂ ਇਸ ਗੱਲ ਦਾ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ ਕਿ ਉਹਨਾਂ ਵੱਲੋਂ ਕਰੋਨਾ ਨੂੰ ਖਤਮ ਕਰਨ ਵਾਲੀ ਦਵਾਈ ਤਿਆਰ ਕਰ ਲਈ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ 65 ਸਾਲ ਪਹਿਲਾਂ ਪੋਲੀਓ ਦੀ ਦਵਾਈ ਹੈ ਜਿਹੜੀ ਉਹਦੀ ਖੋਜ ਕੀਤੀ ਗਈ, ਪਰ ਉਹ ਕਾਹਲੀ ਦੇ ਵਿੱਚ ਇਹੋ ਜਿਹੀ ਖੋਜ ਕੀਤੀ ਗਈ ਸੀ ਕਿ ਲਗਭਗ 70,000 ਬੱਚੇ ਆ ਜਿਹੜੇ ਉਹ ਅਪਾਹਜ ਹੋ ਗਏ ਸੀ ਇਸ ਦਵਾਈ ਦੀ ਵਰਤੋਂ ਦੇ ਬਾਵਜੂਦ ਤੇ ਕਈ ਬੱਚਿਆਂ ਦੀ ਮੌਤ ਦੀ ਖਬਰ ਵੀ ਪ੍ਰਾਪਤ ਹੋਈ ਸੀ। ਇਹ ਅੱਜ ਭਾਰਤ ਦੇ ਸਿਹਤ ਮਾਹਿਰਾਂ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ 65 ਸਾਲ ਪਹਿਲਾਂ ਕਾਲੇ ਕਦਮੀ ਜਦੋਂ ਸਾਨੂੰ ਪੋਲੀਓ ਖਤਮ ਕਰਨ ਦੀ ਜ਼ਰੂਰਤ ਸੀ, ਉਸ ਵਕਤ ਅਸੀਂ ਕਾਹਲੀ ਦੇ ਵਿੱਚ ਆਹ ਨੁਕਸਾਨ ਕਰ ਬੈਠੇ ਤੇ ਜੇਕਰ ਹੁਣ ਕੋਰੋਨਾ ਦੀ ਦਵਾਈ ਦੇ ਨਾਲ ਕੋਈ ਨੁਕਸਾਨ ਹੁੰਦਾ ਤਾਂ ਕਿੰਨੇ ਵੱਡੇ ਪੱਧਰ ਦੇ ਉੱਤੇ ਇਹ ਨੁਕਸਾਨ ਹੋਊਗਾ ਤੇ ਉਹਦੀ ਭਰਪਾਈ ਕੌਣ ਕਰੂਗਾ, ਇਹਦੇ ਮੁਤਲਕ ਜਾਣਕਾਰੀ ਕੌਣ ਦੇਊਗਾ। ਯਾਨੀ ਕਿ ਰਾਮਦੇਵ ਨੇ ਜੋ ਕਾਲੇ ਕਦਮੀ ਫੈਸਲਾ ਕੀਤਾ, ਜੋ ਉਹਨੇ ਮੀਡੀਆ ਦੇ ਮੂਹਰੇ ਆ ਕੇ ਗੱਲ ਕੀਤੀ ਹੈ, ਉਹਦੇ ਬਾਬਤ ਮੀਡੀਆ ਬੇਸ਼ੱਕ ਦਬਵੀਂ ਆਵਾਜ਼ ਦੇ ਵਿੱਚ ਗੱਲ ਕਰ ਰਿਹਾ ਕਿਉਂਕਿ ਮੀਡੀਆ ਦੇ ਵੱਖ-ਵੱਖ ਅੰਗਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪਤੰਜਲੀ ਦੀ ਇਸ਼ਤਿਹਾਰਬਾਜ਼ੀ ਹੁੰਦੀ ਹੈ। ਬਹੁਤ ਸਾਰੇ ਵੱਡੇ ਪ੍ਰੋਗਰਾਮ ਰਿਐਲਿਟੀ ਸ਼ੋਆਂ ਨੂੰ ਆਪਾਂ ਜਾਣਦੇ ਕਿ ਪਤੰਜਲੀ ਦੇ ਵੱਲੋਂ ਸਪਾਂਸਰਡ ਕੀਤਾ ਜਾਂਦਾ ਹੈ। ਇਸੇ ਕਰਕੇ ਹੋ ਸਕਦਾ ਉਸ ਪੱਧਰ ਦੇ ਉੱਤੇ ਰਾਮਦੇਵ ਦੇ ਵੱਲੋਂ ਕੀਤੀ ਗਈ ਗੁਸਤਾਖੀ ਦੀ ਚਰਚਾ ਨਹੀਂ ਛਿੜਦੀ ਜਾਂ ਮੀਡੀਆ ਦੇ ਮੂਹਰੇ ਖਬਰਾਂ ਜਿਹੜੀਆਂ ਉਹਦੇ ਮੁਤਲਕ ਨਹੀਂ ਪੇਸ਼ ਕੀਤੀਆਂ ਜਾ ਰਹੀਆਂ, ਪਰ ਸੱਚ ਤਾਂ ਸੱਚ ਹੈ। ਰਾਮਦੇਵ ਦਾ ਕਾਰੋਬਾਰ ਬਹੁਤ ਚਮਕਿਆ, ਯੋਗ ਤੋਂ ਸ਼ੁਰੂ ਹੋ ਕੇ ਉਹਨੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਸ ਤਰੀਕੇ ਨਾਲ ਪੈਰ ਧਰਿਆ ਤੇ ਉਹਨੂੰ ਕਾਮਯਾਬੀ ਵੀ ਮਿਲੀ, ਇਹਦੇ ਬਾਬਤ ਆਪਾਂ ਸਾਰੇ ਜਾਣਦੇ ਹਾਂ। ਸੋ ਇਸੇ ਕਰਕੇ ਸ਼ਾਇਦ ਉਹਦੇ ਵੱਲੋਂ ਆਪਣੇ ਅਸਰ ਰਸੂਖ ਦੇ ਚੱਲਦਿਆਂ ਇਹ ਸੋਚਿਆ ਗਿਆ ਹੋਵੇ ਕਿ ਜੇਕਰ ਮੈਂ ਕੋਰੋਨਲ ਦਵਾਈ ਦੇ ਬਾਬਤ ਕਹਿ ਦਿੰਦਾ ਤੇ ਜੇਕਰ ਇਸ ਦਵਾਈ ਦੇ ਬਾਬਤ ਇਹ ਗੱਲ ਸਾਬਤ ਕਰ ਦਿੰਦਾ ਕਿ ਇਹ ਸਭ ਕੁਝ ਠੀਕ ਕਰਨ ਵਾਲੀ ਹੈ ਤਾਂ ਚੌਂ ਪਾਸਿਓਂ ਮੈਨੂੰ ਸ਼ਾਬਾਸ਼ੀ ਮਿਲੂਗੀ, ਇਹਦੇ ਉੱਤੇ ਕੋਈ ਸਵਾਲ ਨਹੀਂ ਖੜਾ ਹੋਣਾ। ਪਰ ਐਤਕੀ ਕੰਮ ਥੋੜਾ ਜਿਹਾ ਉਲਟ ਹੋ ਗਿਆ। ਇਹਦੇ ਨਾਲ ਬਾਬਾ ਰਾਮਦੇਵ ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਹੋਰ ਵੀ ਖੜੇ ਹੋਏ ਆ ਕਿ ਤੁਸੀਂ ਇੰਨੀ ਕਾਹਲੀ ਦੇ ਵਿੱਚ ਬਿਨਾਂ ਸਾਰੀਆਂ ਪ੍ਰਵਾਨਗੀਆਂ ਲਏ ਤੋਂ ਇਸ ਤਰੀਕੇ ਦਾ ਇੰਨਾ ਵੱਡਾ ਦਾਅਵਾ ਕਿਵੇਂ ਕਰ ਸਕਦੇ ਆ, ਜਦੋਂ ਦੁਨੀਆ ਭਰ ਦੇ ਵਿਗਿਆਨੀ ਇਹ ਗੱਲ ਕਹਿ ਰਹੇ ਆ ਕਿ ਹਾਲੇ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਪਰ ਤੁਸੀਂ ਇੰਨੇ ਕਾਹਲੀ ਦੇ ਵਿੱਚ ਸਾਰਾ ਕੁਝ ਕਰ ਵੀ ਲਿਆ ਤੇ ਤੁਸੀਂ ਇਹ ਸਾਬਤ ਵੀ ਕਰਨ ਦੀ ਗੱਲ ਕਰਦੇ ਹੋ, ਤਾਂ ਫਿਰ ਲੋਕਾਂ ਦੇ ਇੱਕ ਹਿੱਸੇ ਦਾ ਕਹਿਣਾ ਕਿ ਰਾਮਦੇਵ ਨੂੰ ਇਹ ਗੱਲ ਸਾਬਤ ਕਰਨੀ ਚਾਹੀਦੀ ਹੈ ਕਿ ਕਿਹੜੇ ਲੋਕ ਸੀ, ਕਿਹੜੀ ਸਟੇਜ ਦੇ ਉੱਤੇ ਸੀ, ਕਿਵੇਂ ਉਹ ਤੰਦਰੁਸਤ ਹੋਏ ਆ ਤੇ ਇਹ ਗੱਲ ਸਰਕਾਰ ਦੇ ਧਿਆਨ ਦੇ ਵਿੱਚ ਉਹਨੇ ਕਿਉਂ ਨਹੀਂ ਲਿਆਂਦੀ। ਸੋ ਆਉਂਦੇ ਸਮੇਂ ਦੇ ਵਿੱਚ ਰਾਮਦੇਵ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਪਰ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਰਾਮਦੇਵ ਦੇ ਖਿਲਾਫ ਸ਼ਿਕਾਇਤਾਂ ਹੋਣ ਲੱਗੀਆਂ, ਜਿਸ ਤਰੀਕੇ ਦੇ ਨਾਲ ਬਾਲਕ੍ਰਿਸ਼ਨ ਤੇ ਰਾਮਦੇਵ ਦੇ ਖਿਲਾਫ ਪਰਚੇ ਦਰਜ ਹੋਣ ਲੱਗੇ ਆ, ਜਿਸ ਤਰੀਕੇ ਦੇ ਨਾਲ ਸ਼ਿਕਾਇਤਾਂ ਦਰਜ ਬਹੁਤ ਵੱਡੇ ਪੱਧਰ ਦੇ ਉੱਤੇ ਅਦਾਲਤਾਂ ਦੇ ਵਿੱਚ ਵੀ ਹੋਣ ਲੱਗੀਆਂ, ਉਸ ਤੋਂ ਬਾਅਦ ਇਹ ਲੱਗਦਾ ਕਿ ਇਹ ਮਾਮਲਾ ਹੁਣ ਪੁੱਠਾ ਪੈਂਦਾ ਜਾਪਦਾ ਹੈ। ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਕਿ ਨਿਯਮ ਸਭ ਦੇ ਲਈ ਬਰਾਬਰ ਹੋਣੇ ਚਾਹੀਦੇ। ਜੇਕਰ ਮੈਂ ਕੋਈ ਗੱਲ ਕਰਦਾ ਕਿ ਮੈਂ ਦਵਾਈ ਤਿਆਰ ਕੀਤੀ ਹੈ ਤੇ ਮੈਂ ਕਿਸੇ ਪਾਸਿਓਂ ਪ੍ਰਵਾਨਗੀ ਨਹੀਂ ਲਈ ਤਾਂ ਮੇਰੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਤੇ ਜੇਕਰ ਰਾਮਦੇਵ ਦੇ ਵੱਲੋਂ ਪ੍ਰਵਾਨਗੀ ਨਹੀਂ ਲਈ ਗਈ ਤਾਂ ਫਿਰ ਰਾਮਦੇਵ ਦੇ ਖਿਲਾਫ ਵੀ ਉਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਵੇਂ ਕਿ ਨੀਟੂ ਸ਼ਟਰਾਂ ਵਾਲੇ ਦੇ ਖਿਲਾਫ ਹੋਈ ਸੀ। ਸੋ ਇਸ ਮਾਮਲੇ ਦੇ ਉੱਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਕਈ ਚੁੱਪ ਵੀ ਬੱਟੀ ਬੈਠੇ ਆ ਕਿਉਂਕਿ ਵੱਖ-ਵੱਖ ਸਰਕਾਰਾਂ ਦੇ ਵਿੱਚ ਰਾਮਦੇਵ ਨੇ ਜਿਸ ਤਰੀਕੇ ਦੇ ਨਾਲ ਆਪਣਾ ਅਸਰ ਰਸੂਖ ਪੈਦਾ ਕੀਤਾ ਉਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ। ਪਰ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਤਸੱਲੀਜਨਕ ਦਵਾਈ ਤਿਆਰ ਕੀਤੀ ਜਾਵੇ। ਭਾਰਤ ਇਸ ਵਕਤ ਉਸ ਮੋੜ ਦੇ ਉੱਤੇ ਖੜਾ ਜਿੱਥੇ 5.25 ਲੱਖ ਦੇ ਕਰੀਬ ਕੇਸਾਂ ਦੀ ਗਿਣਤੀ ਹੋਣ ਵਾਲੀ ਹੈ। ਕੁਝ ਦਿਨਾਂ ਤੱਕ ਉਹ ਵੀ ਹੋ ਜਾਣੀ ਆ। ਲਗਾਤਾਰ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, 15-15 ਹਜ਼ਾਰ ਨਵਾਂ ਕੇਸ 24 ਘੰਟਿਆਂ ਦੇ ਵਿੱਚ ਆ ਰਿਹਾ। ਇਸ ਕਰਕੇ ਜੇਕਰ ਇੱਕ ਵੀ ਗਲਤੀ ਹੋਈ, ਜੇਕਰ ਮਾਮੂਲੀ ਜਿਹੀ ਵੀ ਗਲਤੀ ਹੋ ਜਾਂਦੀ ਹੈ ਦਵਾਈ ਦੇ ਮਾਮਲੇ ਦੇ ਵਿੱਚ, ਤਾਂ ਹਜ਼ਾਰਾਂ ਨਹੀਂ, ਲੱਖਾਂ ਨਹੀਂ,
ਕਰੋੜਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਇਕੱਲੇ ਮੁਨਾਫੇ ਦੀ ਝਾਕ ਦੇ ਵਿੱਚ ਅਸੀਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਰਾਹ ਦੇ ਵੱਲ ਨਾ ਤੁਰ ਗਏ। ਤਸੱਲੀਜਨਕ ਦਵਾਈ ਹੋਣੀ ਚਾਹੀਦੀ ਹੈ, ਸਾਰੇ ਵਿਭਾਗਾਂ ਦੀ ਸੰਤੁਸ਼ਟੀ ਤੋਂ ਬਾਅਦ ਸਭ ਕੁਝ ਹੋਣਾ ਚਾਹੀਦਾ ਹੈ, ਟਰਾਇਲ ਚੰਗੇ ਤਰੀਕੇ ਨਾਲ ਹੋਣੇ ਚਾਹੀਦੇ ਆ, ਇਹਦੇ ਵਿੱਚ ਭਾਈ ਭਤੀਜਾਵਾਦ ਕੋਈ ਨਹੀਂ ਹੋਣਾ ਚਾਹੀਦਾ ਤੇ ਇਕੱਲੇ ਮੁਨਾਫੇ ਦੀ ਖੇਡ ਨੂੰ ਖਿਆਲ ਦੇ ਵਿੱਚ ਰੱਖ ਕੇ ਇਹ ਕੰਮਕਾਜ ਨਹੀਂ ਕਰਨੇ ਚਾਹੀਦੇ। ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ। 110 ਤੋਂ ਵੱਧ ਹੁਣ ਤੱਕ ਪੰਜਾਬ ਦੇ ਵਿੱਚ ਮੌਤਾਂ ਹੋ ਚੁੱਕੀਆਂ। ਕੋਈ ਇੱਕ ਦਿਨ ਵੀ ਇਹੋ ਜਿਹਾ ਨਹੀਂ ਹੁੰਦਾ ਜਿਸ ਦਿਨ ਕੇਸ ਨਵੇਂ ਨਾ ਆਉਣ। ਹਰ ਰੋਜ਼ 35, 40, 50, 100, 125 ਨਵੇਂ ਕੇਸ ਸਾਹਮਣੇ ਆ ਰਹੇ ਆ, ਜਿਹਦੇ ਕਰਕੇ ਇਹ ਗੱਲ ਕਹੀ ਨਹੀਂ ਜਾ ਸਕਦੀ ਕਿ ਪੰਜਾਬ ਦੇ ਵਿੱਚੋਂ ਕਰੋਨਾ ਮੁੱਕ ਗਿਆ ਜਾਂ ਛੇਤੀ ਕਿਤੇ ਮੁੱਕ ਸਕਦਾ ਹੈ। ਉੱਦਾਂ ਸੂਬੇ ਦੀ ਸਰਕਾਰ ਦੇ ਵੱਲੋਂ, ਪੰਜਾਬ ਦੇ ਸਿਹਤ ਮਹਿਕਮੇ ਦੇ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਆਪਣੇ ਵੱਲੋਂ ਕਸਰ ਇੱਕ ਪੈਸੇ ਦੀ ਵੀ ਬਾਕੀ ਨਹੀਂ ਛੱਡ ਰਹੇ। ਅਸੀਂ ਆਪਦੇ ਵੱਲੋਂ 100% ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਕ ਪੈਸਾ ਕੋਈ ਰਿਆਇਤ ਨਹੀਂ ਵਰਤ ਰਹੇ। ਅਸੀਂ ਤਾਂ ਲੋਕਾਂ ਦੀ ਸਿਹਤ ਦੇ ਪ੍ਰਤੀ ਫਿਕਰਮੰਦ ਹਾਂ। ਪਰ ਇਸੇ ਦਰਮਿਆਨ ਪੰਜਾਬ ਦੇ ਵਿੱਚ ਲੁੱਟ ਖਸੁੱਟ ਕਰਨ ਵਾਲੇ ਲੋਕਾਂ ਦੇ ਚਿਹਰੇ ਲੱਗੇ ਹੋਏ ਆ। ਅੰਮ੍ਰਿਤਸਰ ਦੇ ਵਿੱਚ ਤੁੱਲੀ ਲੈਬੋਰਟਰੀ ਦੀ ਜਿਸ ਤਰੀਕੇ ਦੇ ਨਾਲ ਖਬਰ ਪ੍ਰਾਪਤ ਹੋਈ ਹੈ, ਉਸ ਤੋਂ ਬਾਅਦ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਕਿ ਪਤਾ ਨਹੀਂ ਕਿੰਨੀਆਂ ਇਹੋ ਜਿਹੀਆਂ ਲੈਬੋਰਟਰੀਆਂ ਤੇ ਪਤਾ ਨਹੀਂ ਇਹੋ ਜਿਹੇ ਕਿੰਨੇ ਹੋਰ ਹਸਪਤਾਲ ਹੋਣਗੇ ਜਾਂ ਹੈਗੇ ਆ ਜਿਨ੍ਹਾਂ ਦੇ ਕਰਕੇ ਲੋਕਾਂ ਦੇ ਖੀਸੇ ਦੇ ਉੱਤੇ ਡਾਕਾ ਪਿਆ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋਇਆ। ਹੁਣ 6 ਵੱਖ-ਵੱਖ ਡਾਕਟਰਾਂ ਦੇ ਉੱਤੇ ਪਰਚਾ ਦਰਜ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਇੱਕ ਹਸਪਤਾਲ ਦੇ ਮਾਲਕ, ਲੈਬੋਰਟਰੀ ਦੇ ਮਾਲਕ ਸਮੇਤ 6 ਡਾਕਟਰਾਂ ਦੇ ਉੱਤੇ ਪਰਚਾ ਜਦੋਂ ਦਰਜ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਡਾਕਟਰਾਂ ਨੂੰ ਅਸੀਂ ਰੱਬ ਬਣਦੇ ਰਹੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਰੱਬ ਤੋਂ ਬਾਅਦ ਡਾਕਟਰ ਦਾ ਉਹ ਰੁਤਬਾ ਕਿਉਂਕਿ ਮਰਦੇ ਬੰਦੇ ਨੂੰ ਬਚਾ ਸਕਦੇ ਆ, ਉਹਨਾਂ ਡਾਕਟਰਾਂ ਨੇ ਲੋਕਾਂ ਦੇ ਲੀੜੇ ਲਾਉਣ ਦਾ ਕੰਮ ਕਿਵੇਂ ਸ਼ੁਰੂ ਕੀਤਾ? ਉਹਨਾਂ ਡਾਕਟਰਾਂ ਨੇ ਕਿਸ ਤਰੀਕੇ ਦੇ ਨਾਲ ਆਪਣੀਆਂ ਜੇਬਾਂ ਭਰਨ, ਆਪਣੇ ਕਾਰੋਬਾਰ ਵੱਡੇ ਕਰਨ, ਹਸਪਤਾਲਾਂ ਦੀਆਂ ਇਮਾਰਤਾਂ ਜਿਹੜੀਆਂ ਉਹ 4 ਮੰਜ਼ਲੀ 5 ਮੰਜ਼ਲੀ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਕਿਵੇਂ ਖਿਲਵਾੜ ਕੀਤਾ, ਲੋਕਾਂ ਦੀ ਸਿਹਤ ਦੇ ਨਾਲ ਕਿਵੇਂ ਖਿਲਵਾੜ ਕੀਤਾ ਤੇ ਲੋਕਾਂ ਦੀ ਆਰਥਿਕਤਾ ਦੇ ਨਾਲ ਖਾਸ ਕਰਕੇ ਕਿਵੇਂ ਖਿਲਵਾੜ ਕੀਤਾ, ਇਹਦੇ ਬਾਬਤ ਜਾਣਕਾਰੀ ਮਿਲੀ ਆ। ਕੱਲੀ ਇੱਕ ਅੰਮ੍ਰਿਤਸਰ ਦੀ ਲੈਬੋਰਟਰੀ ਨਹੀਂ, ਪੰਜਾਬ ਦੇ ਵਿੱਚ ਕਈ ਇਹੋ ਜਿਹੀਆਂ ਹੋਰ ਲੈਬੋਰਟਰੀਆਂ ਜਿਹੜੀਆਂ ਕਮਿਸ਼ਨ ਦੇ ਆਧਾਰ ਦੇ ਉੱਤੇ ਚੱਲਦੀਆਂ। ਮੰਨ ਲਓ ਤੁਸੀਂ ਕਿਸੇ ਹਸਪਤਾਲ ਦੇ ਵਿੱਚ ਜਾਂਦੇ ਆ, ਉੱਥੇ ਡਾਕਟਰ ਦੇ ਵੱਲੋਂ ਤੁਹਾਨੂੰ ਟੈਸਟ ਲਿਖ ਕੇ ਦਿੱਤੇ ਜਾਂਦੇ ਕਿ ਤੁਸੀਂ ਫਲਾਨੀ ਲੈਬੋਰਟਰੀ ਦੇ ਵਿੱਚ ਜਾ ਕੇ ਆਪਣੇ ਟੈਸਟ ਕਰਵਾਓ। ਜੇ ਤੁਸੀਂ ਕਿਸੇ ਹੋਰ ਲੈਬੋਰਟਰੀ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਟੈਸਟਾਂ ਨੂੰ ਉਹ ਮਾਨਤਾ ਨਹੀਂ ਦਿੰਦੇ ਕਿਉਂਕਿ ਉਹਨਾਂ ਨੇ ਉਹੀ ਟੈਸਟ ਮੰਨਣੇ ਆ ਜਿੱਥੇ ਉਹਨਾਂ ਦਾ ਹਿੱਸਾ ਪੱਤੀ ਚੱਲਦਾ ਹੈ, ਜਿੱਥੋਂ ਉਹਨਾਂ ਨੂੰ ਕਮਿਸ਼ਨ ਮਿਲਦੀ ਹੈ। ਇਸ ਕਰਕੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਹ ਸਾਰਾ ਕੰਮਕਾਜ ਕਰਨਾ। ਇਹਦੇ ਵਿੱਚ ਤੁਹਾਡੀ ਦਖਲ ਅੰਦਾਜ਼ੀ ਨਹੀਂ, ਤੁਹਾਡਾ ਸਿਰਫ ਪੈਸਾ ਚੱਲਦਾ ਹੈ। ਪਰ ਸਾਰੀਆਂ ਲੈਬੋਰਟਰੀਆਂ ਤੇ ਸਾਰੇ ਹਸਪਤਾਲ ਇੱਕੋ ਜਿਹੇ ਨਹੀਂ। ਅੰਮ੍ਰਿਤਸਰ ਦੀ ਤੁੱਲੀ ਲੈਬੋਰਟਰੀ ਦੇ ਮੁਤਲਕ ਬਹੁਤ ਸਾਰੀਆਂ ਖਬਰਾਂ ਉੱਭਰ ਕੇ ਸਾਹਮਣੇ ਆਉਂਦੀਆਂ ਜਿਹੜੀਆਂ ਹਰ ਰੋਜ਼ ਨਵੇਂ ਤੋਂ ਨਵਾਂ ਸਵਾਲ ਪੈਦਾ ਕਰਦੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੋਰੋਨਾ ਟੈਸਟਾਂ ਦੀ ਗਲਤ ਰਿਪੋਰਟ ਦੇਣ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਨਿੱਜੀ ਲੈਬੋਰਟਰੀ ਤੇ ਹਸਪਤਾਲ ਦੇ 5 ਡਾਕਟਰਾਂ ਸਮੇਤ 6 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ। ਇਹਨਾਂ ਦੇ ਖਿਲਾਫ ਕਤਲ ਦੀ ਧਾਰਾ, ਧੋਖਾਧੜੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਵਿਜੀਲੈਂਸ ਦੇ ਐਸਐਸਪੀ ਪਰਮਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਾਮਜ਼ਦ ਵਿਅਕਤੀਆਂ ਦੀ ਸ਼ਨਾਖਤ ਡਾਕਟਰ ਮਹਿੰਦਰ ਸਿੰਘ, ਡਾਕਟਰ ਰਿਦਮ ਤੁੱਲੀ, ਡਾਕਟਰ ਰੋਬਨ ਤੁੱਲੀ, ਡਾਕਟਰ ਸੰਜੇ ਪਿਪਲਾਨੀ, ਈਐਮਸੀ ਹਸਪਤਾਲ ਦੇ ਮਾਲਕ ਤੇ ਡਾਕਟਰ ਪੰਕਜ ਸੋਨੀ ਦੇ ਰੂਪ ਦੇ ਵਿੱਚ ਹੋਈ ਹੈ। ਮਾਮਲੇ ਦੀ ਜਾਂਚ ਦੌਰਾਨ ਵਿਜੀਲੈਂਸ ਨੂੰ 7 ਇਹੋ ਜਿਹੇ ਮਰੀਜ਼ ਮਿਲੇ ਨੇ ਜਿਨ੍ਹਾਂ ਦੀਆਂ ਰਿਪੋਰਟਾਂ ਗਲਤ ਨੇ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਇੱਕ ਗਰਭਵਤੀ ਡਾਕਟਰ ਦੀ ਕਰੋਨਾ ਰਿਪੋਰਟ ਗਲਤ ਪਾਈ ਗਈ ਸੀ। ਇਸ ਲੈਬੋਰਟਰੀ ਵੱਲੋਂ ਉਸ ਦੀ ਰਿਪੋਰਟ ਪੋਜ਼ਿਟਿਵ ਦਿੱਤੀ ਗਈ, ਜਿਸ ਕਰਕੇ ਉਸ ਨੂੰ 3 ਦਿਨ ਪੋਜ਼ਿਟਿਵ ਮਰੀਜ਼ਾਂ ਦੇ ਨਾਲ ਆਈਸੋਲੇਸ਼ਨ ਵਾਰਡ ਦੇ ਵਿੱਚ ਰਹਿਣਾ ਪਿਆ। ਮਗਰੋਂ ਸਰਕਾਰੀ ਲੈਬੋਰਟਰੀ ਦੇ ਵਿੱਚ 2 ਵਾਰ ਉਸ ਦੇ ਟੈਸਟ ਕੀਤੇ ਗਏ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਇਸ ਮਾਮਲੇ ਦੇ ਵਿੱਚ ਸਿਹਤ ਵਿਭਾਗ ਵੱਲੋਂ ਵੀ ਲੈਬੋਰਟਰੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਇੱਕ ਹੋਰ ਸਮਾਜ ਸੇਵਕ ਵੱਲੋਂ ਨਿੱਜੀ ਹਸਪਤਾਲ ਤੇ ਲੈਬ ਦੇ ਖਿਲਾਫ ਪੁਲਿਸ ਕਮਿਸ਼ਨਰ ਦੇ ਕੋਲੇ ਸ਼ਿਕਾਇਤ ਕੀਤੀ ਗਈ ਸੀ। ਵਿਜੀਲੈਂਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਵੱਲੋਂ ਧਨਾਢ ਪਰਿਵਾਰਾਂ ਤੇ ਵਿਦੇਸ਼ ਤੋਂ ਆਏ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦੀਆਂ ਕਰੋਨਾ ਸੰਬੰਧੀ ਰਿਪੋਰਟਾਂ ਜਾਣਬੁੱਝ ਕੇ ਪੋਜ਼ਿਟਿਵ ਕਰ ਦਿੱਤੀਆਂ ਗਈਆਂ। ਇਸ ਦੌਰਾਨ ਤੁੱਲੀ ਲੈਬ ਦੇ ਡਾਕਟਰ ਰੋਹਨ ਤੁੱਲੀ ਤੇ ਈਐਮਸੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਦੇ ਨਾਲ ਪੱਤਰਕਾਰ ਲਗਾਤਾਰ ਸੰਪਰਕ ਕਰ ਰਹੇ ਨੇ, ਪਰ ਸੰਪਰਕ ਦੇ ਵਿੱਚ ਅਸਮਰੱਥਾ ਮਿਲ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹਨਾਂ ਹਰਕਤਾਂ ਦੇ ਕਰਕੇ, ਇਹਨਾਂ ਗੱਲਾਂ ਦੇ ਕਰਕੇ ਹੀ ਪੰਜਾਬ ਦੇ ਵਿੱਚ ਕਰੋਨਾ ਵਧਿਆ। ਇਸ ਲੈਬੋਰਟਰੀ ਦੇ ਉੱਤੇ ਇਸ ਗੱਲ ਦੇ ਦੋਸ਼ ਲੱਗੇ ਆ ਕਿ ਇਹਨਾਂ ਦੇ ਵੱਲੋਂ ਨੈਗੇਟਿਵ ਰਿਪੋਰਟ ਨੂੰ ਪੋਜ਼ਿਟਿਵ ਕਹਿ ਕੇ ਇਹ ਗੱਲ ਕਹੀ ਜਾਂਦੀ ਸੀ ਕਿ ਫਲਾਣੀ ਥਾਂ ਦੇ ਉੱਤੇ ਮਰੀਜ਼ ਨੂੰ ਦਾਖਲ ਕਰ ਦਿਓ। ਉਸ ਥਾਂ ਦੇ ਉੱਤੇ ਮੋਟਾ ਬਿੱਲ ਬਣਦਾ ਸੀ ਜਿਹਦੇ ਵਿੱਚ ਹਿੱਸਾ ਪੱਤੀ ਚੱਲਦਾ ਸੀ। ਸੋ ਇਹੋ ਜਿਹੇ ਪਤਾ ਨਹੀਂ ਕਿੰਨੇ ਪੰਜਾਬ ਦੇ ਵਿੱਚ ਨਿੱਜੀ ਹਸਪਤਾਲ ਆ
ਤੇ ਪਤਾ ਨਹੀਂ ਇਸ ਵਕਤ ਕਿੰਨੀਆਂ ਲੈਬੋਰਟਰੀਆਂ ਜਿਨ੍ਹਾਂ ਦੇ ਵੱਲੋਂ ਫਸੇ ਹੋਏ ਲੋਕਾਂ ਦਾ ਜਲੂਸ ਕੱਢਿਆ ਜਾਂਦਾ ਆਰਥਿਕ ਤੌਰ ਦੇ ਉੱਤੇ, ਜਿਨ੍ਹਾਂ ਨੂੰ ਮਾਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਆਪਾਂ ਸਾਰੇ ਜਾਣਦੇ ਹਾਂ ਕਿ ਲੁਧਿਆਣੇ ਦੇ ਇੱਕ ਹਸਪਤਾਲ ਦੇ ਉੱਤੇ ਪਿੱਛੇ ਜੇ ਦੋਸ਼ ਲੱਗੇ ਸੀ ਕਿ ਇੱਕ ਮਰੀਜ਼ ਠੀਕ ਹੋਇਆ ਤੇ ਬਾਅਦ ਦੇ ਵਿੱਚ ਲੱਖਾਂ ਰੁਪਏ ਦਾ ਬਿੱਲ ਉਹਨੂੰ ਫੜਾ ਦਿੱਤਾ ਗਿਆ। ਪਰ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜੇ ਸੂਬੇ ਦੇ ਵਿੱਚ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਨਾ ਥੱਕਦੀ ਹੋਵੇ ਕਿ ਜੀ ਇੱਥੇ ਸਾਰਾ ਕੁਝ ਸਿਹਤ ਦੇ ਮਾਮਲੇ ਦੇ ਵਿੱਚ ਸਹੀ ਹੈ, ਸਾਰਾ ਕੁਝ ਕਾਬੂ ਦੇ ਵਿੱਚ ਹੈ, ਉੱਥੇ ਲੋਕਾਂ ਦਾ ਆਰਥਿਕ ਖਿਲਵਾੜ ਇਸ ਪੱਧਰ ਦੇ ਉੱਤੇ ਹੁੰਦਾ ਹੈ। ਇਹ ਅੰਮ੍ਰਿਤਸਰ ਦੀ ਲੈਬੋਰਟਰੀ ਦੇ ਰੂਪ ਦੇ ਵਿੱਚ ਤੇ 6 ਜਣਿਆਂ ਦੇ ਉੱਤੇ ਦਰਜ ਹੋਏ ਪਰਚੇ ਦੇ ਰੂਪ ਦੇ ਵਿੱਚ ਗੱਲ ਸਾਹਮਣੇ ਆਈ ਹੈ। ਇਹ ਵੀ ਗੱਲ ਕਹਿਣੀ ਬਣਦੀ ਹੈ ਕਿ ਪੰਜਾਬ ਦੇ ਵਿੱਚੋਂ ਕਰੋਨਾ ਸ਼ਾਇਦ ਇਸ ਤੋਂ ਪਹਿਲਾਂ ਮੁੱਕ ਜਾਂਦਾ, ਪਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜਿਹੜੇ ਕਿ ਨੈਗੇਟਿਵ ਰਿਪੋਰਟ ਵਾਲੇ ਸੀ ਆਪਣੀਆਂ ਜੇਬਾਂ ਭਰਨੇ ਚੱਕਰ ਦੇ ਵਿੱਚ ਪੋਜ਼ਿਟਿਵ ਕਰਾਰ ਦੇ ਦਿੱਤਾ ਗਿਆ ਡਾਕਟਰਾਂ ਤੇ ਲੈਬੋਰਟਰੀਆਂ ਵਾਲਿਆਂ ਦੇ ਵੱਲੋਂ। ਉਹਨਾਂ ਨੇ ਲੋਕਾਂ ਦੀ ਛਿੱਲ ਵੀ ਲਾਈ, ਇਹ ਅੰਕੜਾ ਵੀ ਵਧਿਆ, ਅੰਕੜਾ ਵਧਾ ਕੇ ਸਹਿਮ ਵੀ ਪੈਦਾ ਕੀਤਾ ਗਿਆ। ਲੋਕ ਆ ਜਿਹੜੇ ਆਪਣੀਆਂ ਜੇਬਾਂ ਦੇ ਵਿੱਚੋਂ ਹਰ ਰੋਜ਼ ਹਜ਼ਾਰਾਂ ਰੁਪਏ ਗਵਾਉਂਦੇ ਰਹੇ ਆ ਤੇ ਇਹਨਾਂ ਲੋਕਾਂ ਦੇ ਵੱਲੋਂ ਚੌਂ ਪਾਸੇ ਚਬਦੀਆਂ ਚਲਾਈਆਂ ਗਈਆਂ। ਸੋ ਇਸ ਲੈਬੋਰਟਰੀ ਜਾਂ ਇਹੋ ਜਿਹੇ ਜਿੱਥੇ ਵੀ ਲੋਕ ਆ ਜਿਹੜੇ ਕਿ ਸਿਹਤ ਦੇ ਮਾਮਲੇ ਦੇ ਵਿੱਚ ਇਹੋ ਜਿਹਾ ਕਾਰੋਬਾਰ ਕਰਦੇ ਆ, ਜਿਹੜੇ ਆਮ ਸਧਾਰਨ ਗਰੀਬ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਆ, ਜਿਹੜੇ ਉਹਨਾਂ ਦੀ ਆਰਥਿਕਤਾ ਦੇ ਉੱਤੇ ਸੱਟ ਮਾਰਦੇ ਆ, ਇਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਬਖਸ਼ਣਾ ਨਹੀਂ ਚਾਹੀਦਾ। ਹਾਲਾਂਕਿ ਅੰਮ੍ਰਿਤਸਰ ਦੀ ਇਸ ਲੈਬੋਰਟਰੀ ਦਾ ਲਾਇਸੈਂਸ ਹੁਣ ਰੱਦ ਕਰ ਦਿੱਤਾ ਗਿਆ। ਇਹ ਇੱਕ ਬਹੁਤ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ, ਪਰ ਇਹੋ ਜਿਹੀ ਕਾਰਵਾਈ ਬਾਕੀ ਹੋਰ ਥਾਵਾਂ ਦੇ ਉੱਤੇ ਵੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਕੇਂਦਰ ਚੱਲਦੇ ਆ ਜਿਹੜੇ ਕਹਿਣ ਨੂੰ ਤਾਂ ਇਹ ਹੈ ਜੀ ਕਿ ਅਸੀਂ ਲੋਕਾਂ ਦੇ ਨਾਲ ਖੜੇ ਆ, ਪਰ ਉਹ ਅਸਲ ਦੇ ਵਿੱਚ ਪੈਸੇ ਦੇ ਨਾਲ ਖੜੇ ਆ। ਉਹਨਾਂ ਦੀ ਚੌਂ ਪਾਸੇ ਮਿਲੀ ਭੁਗਤ ਵੀ ਹੁੰਦੀ ਹੈ। ਕਈ ਥਾਵਾਂ ਦੇ ਉੱਤੇ ਉੱਭਰ ਕੇ ਖਬਰ ਉਵੇਂ ਆ ਜਾਂਦੀ ਜਿਵੇਂ ਕਿ ਅੰਮ੍ਰਿਤਸਰ ਦੀ ਆਈ ਹੈ ਤੇ ਕਈ ਥਾਵਾਂ ਦੇ ਉੱਤੇ ਕਈ ਕਾਰਨਾਂ ਦੇ ਕਰਕੇ ਪੋਚਾ ਵੀ ਫੇਰ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੁਕੰਮਲ ਤੌਰ ਦੇ ਉੱਤੇ ਤਾਲਾਬੰਦੀ ਰਹੀ ਹੈ ਤੇ ਕਾਫੀ ਸਮਾਂ ਕਈ ਹਫ਼ਤੇ ਪੰਜਾਬ ਦੇ ਵਿੱਚ ਆਪਾਂ ਜਾਣਦੇ ਕਿ ਕਰਫਿਊ ਵੀ ਲੱਗਾ ਰਿਹਾ, ਉਸ ਦੇ ਬਾਵਜੂਦ ਪੰਜਾਬ ਦੇ ਵਿੱਚੋਂ ਕਰੋਨਾ ਹਾਲੇ ਤੱਕ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੇਸ ਇਸੇ ਤਰੀਕੇ ਨਾਲ ਵੱਧਦੇ ਰਹੇ, ਜੇਕਰ ਹਾਲਾਤ ਦੇ ਉੱਤੇ ਕਾਬੂ ਹਾਲ ਦੀ ਘੜੀ ਜਿਵੇਂ ਨਹੀਂ ਪਾਇਆ ਜਾ ਸਕਿਆ, ਅੱਗੇ ਵੀ ਇਹ ਨਾ ਪਾਇਆ ਗਿਆ, ਤਾਂ ਫਿਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੁਕੰਮਲ ਤੌਰ ਦੇ ਉੱਤੇ ਤਾਲਾਬੰਦੀ ਕਰ ਦਿੱਤੀ ਜਾਣੀ ਹੈ। ਇਹ ਤਾਲਾਬੰਦੀ ਪੰਜਾਬ ਦੇ ਵਿੱਚ ਹੁਣ ਵੀ ਹੈਗੀ ਆ, ਪਰ ਹਫ਼ਤੇ ਦੇ ਵਿੱਚ 2 ਦਿਨ, ਯਾਨੀ ਕਿ ਸ਼ਨੀਵਾਰ ਤੇ ਐਤਵਾਰ, ਜਾਂ ਉਸ ਦਿਨ ਜਿਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਸਰਕਾਰ ਦਾ ਇਹ ਤਰਕ ਹੈ ਕਿ ਇਹ ਛੁੱਟੀਆਂ ਵਾਲੇ ਜਿਹੜੇ ਦਿਨ ਆ ਲੋਕ ਬਾਜ਼ਾਰਾਂ ਦੇ ਵੱਲ ਵੱਧ ਨਿਕਲਦੇ ਆ, ਭੀੜ ਨਾ ਹੋਵੇ, ਬਾਜ਼ਾਰਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਲੋਕ ਨਾ ਵੱਜਣ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੁੰਦਾ ਰਹੇ। ਇਸ ਕਰਕੇ ਇਹ 2 ਦਿਨ ਆ ਜਿਹੜੇ ਉਹ ਅਸੀਂ ਸਖਤੀ ਵਾਲੇ ਰੱਖੇ ਆ। ਪਰ ਸਿਹਤ ਮੰਤਰੀ ਦਾ ਕਹਿਣਾ ਕਿ ਹਾਲਾਤ ਦੇ ਮੱਦੇਨਜ਼ਰ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਇੱਕ ਵਾਰ ਫਿਰ ਮੁਕੰਮਲ ਤੌਰ ਦੇ ਉੱਤੇ ਲਾਕਡਾਊਨ ਦਾ ਫੈਸਲਾ ਲੈਣਾ ਪਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੁਕੰਮਲ ਤਾਲਾਬੰਦੀ ਹੋ ਸਕਦੀ ਹੈ। ਇਸ ਬਾਰੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਸੰਕੇਤ ਦਿੱਤੇ ਨੇ। ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕੇਸ ਵੱਧਦੇ ਨੇ ਤਾਂ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਫੈਸਲਾ ਵੱਡਾ ਕਰ ਸਕਦੀ ਹੈ। ਸਿਹਤ ਮੰਤਰੀ ਨੇ ਆਖਿਆ ਕਿ ਸਰਕਾਰ ਦਿੱਲੀ ਦੀ ਸਰਹੱਦ ਨੂੰ ਸੀਲ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘੱਟੋ ਘੱਟ ਘਰਾਂ ਦੇ ਵਿੱਚੋਂ ਬਾਹਰ ਨਿਕਲਿਆ ਜਾਵੇ। ਨਿੱਜੀ ਹਸਪਤਾਲਾਂ ਵਿੱਚ ਕਰੋਨਾ ਟੈਸਟ ਕਰਵਾਉਣ ਬਾਰੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਫਤ ਸੈਂਪਲਿੰਗ ਕੀਤੀ ਜਾ ਰਹੀ ਹੈ। ਜੇਕਰ ਨਿੱਜੀ ਹਸਪਤਾਲਾਂ ਵਿੱਚੋਂ ਲੋਕਾਂ ਦੇ ਨਮੂਨੇ ਲੈ ਕੇ ਸਰਕਾਰੀ ਲੈਬੋਰਟਰੀ ਦੇ ਵਿੱਚ ਦਿੱਤੇ ਜਾਂਦੇ ਨੇ ਤਾਂ ਇਸ ਦੀ ਫੀਸ 1000 ਰੁਪਏ ਹੈ। ਪੰਜਾਬ ਸਰਕਾਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵਿਸ਼ੇਸ਼ ਰਣਨੀਤੀ ਤਿਆਰ ਕਰ ਰਹੀ ਹੈ ਜਿੱਥੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ ਦੇ ਵਿੱਚ ਕੇਸ ਵੱਧ ਰਹੇ ਨੇ। ਇਹਨਾਂ ਸ਼ਹਿਰਾਂ ਦੇ ਵਿੱਚ ਡਾਕਟਰ ਟੀਮਾਂ ਵਧਾਈਆਂ ਜਾ ਰਹੀਆਂ ਨੇ। ਮੰਤਰੀ ਨੇ ਕਿਹਾ ਕਿ ਲਗਾਤਾਰ ਮਾਮਲੇ ਵੱਧਦੇ ਨੇ ਤੇ ਲੰਘੇ ਕੱਲ ਹੋਈਆਂ ਮੌਤਾਂ ਵੀ ਚਿੰਤਾਵਾਂ ਨੂੰ ਪੈਦਾ ਕਰਨ ਵਾਲੀਆਂ ਨੇ। ਉਹਨਾਂ ਨੇ ਸਾਫ਼ ਕਿਹਾ ਕਿ ਲੋਕ ਭੀੜ ਤੋਂ ਹਰ ਹਾਲਤ ਦੇ ਵਿੱਚ ਬਚਣ ਦੀ ਕੋਸ਼ਿਸ਼ ਕਰਨ। ਕਰੋਨਾ ਦੇ ਕਰਕੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਖਤਰਾ ਵਧੇਰੇ ਹੈ। ਸਰਕਾਰ ਲੋਕਾਂ ਦੇ ਉੱਤੇ ਨਜ਼ਰ ਰੱਖ ਰਹੀ ਹੈ। ਉਹਨਾਂ ਨੇ ਕਲੀਨਿਕਲ ਸਥਾਪਨਾ ਐਕਟ ਬਾਰੇ ਡਾਕਟਰਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਿਆਂ ਸਰਕਾਰ ਮਹਾਮਾਰੀ ਦੇ ਸਮੇਂ ਦੇ ਵਿੱਚ ਘੱਟੋ ਘੱਟ ਪੈਸਾ ਖਰਚਣਾ ਚਾਹੁੰਦੀ ਹੈ, ਇਸ ਬਾਬਤ ਵੀ ਗੱਲ ਕੀਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਗੱਲਾਂ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਕਹੀਆਂ ਉਹ ਗੱਲਾਂ ਅਸੀਂ ਕੁਝ ਹੱਦ ਤੱਕ ਮੰਨ ਸਕਦੇ ਹਾਂ, ਕਿਉਂਕਿ ਜੇਕਰ ਸੈਂਕੜੇ ਕੇਸ ਹਰ ਰੋਜ਼ ਯਾਨੀ ਕਿ 24 ਘੰਟੇ 'ਚ ਨਵੇਂ ਆਉਣਗੇ ਤਾਂ ਪੰਜਾਬ ਦੇ ਵਿੱਚ ਮੁਕੰਮਲ ਤਾਲਾਬੰਦੀ ਮਜਬੂਰੀ ਦੇ ਵਿੱਚ ਫਿਰ ਕਰਨੀ ਪੈਣੀ ਹੈ। ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਕਿ ਸਾਨੂੰ ਪਤਾ ਕਿ ਕੇਂਦਰ ਦਾ ਸਿਹਤ ਮਹਿਕਮਾ ਕਿੰਨਾ ਕੁ ਕਾਮਯਾਬ ਆ ਤੇ ਸਾਡਾ ਪੰਜਾਬ ਦਾ ਸਿਹਤ ਮਹਿਕਮਾ ਜਾਂ ਬਾਕੀ ਵੱਖ-ਵੱਖ ਸੂਬਿਆਂ ਦੇ ਸਰਕਾਰੀ ਸਿਹਤ ਮਹਿਕਮੇ ਕਿੰਨੇ ਕੁ ਕਾਮਯਾਬ ਆ। ਪਰ ਇਸ ਦੇ ਬਾਵਜੂਦ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜੇ ਹੋਏ ਹਾਂ। ਸਰਕਾਰ ਜ਼ਿੰਮੇਵਾਰੀਆਂ ਤੋਂ ਭੱਜੀ ਹੈ, ਇਹਦੇ ਬਾਬਤ ਸਾਨੂੰ ਪਤਾ, ਪਰ ਅਸੀਂ ਖੁਦ ਵੀ ਜ਼ਿੰਮੇਵਾਰੀਆਂ ਤੋਂ ਭੱਜ ਗਏ। ਸਾਨੂੰ ਇਸ ਗੱਲ ਦਾ ਨਹੀਂ ਪਤਾ। ਬਹੁਤ ਸਾਰੇ ਲੋਕ ਬਿਨਾਂ ਮਾਸਕ ਤੋਂ ਵੀ ਫਿਰਦੇ ਆ ਪੰਜਾਬ ਦੇ ਵਿੱਚ, ਬਹੁਤ ਸਾਰੇ ਲੋਕ ਬਿਨਾਂ ਮਾਸਕ ਤੋਂ ਵੀ ਪੰਜਾਬ ਦੇ ਵਿੱਚ ਫਿਰਦੇ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਨਹੀਂ ਕਰਦੇ। ਜਿਹੜੀਆਂ ਹਦਾਇਤਾਂ ਸਾਨੂੰ ਸਿਹਤ ਮਹਿਕਮੇ ਦੇ ਵੱਲੋਂ ਜਾਰੀ ਕੀਤੀਆਂ ਗਈਆਂ, ਘੱਟੋ ਘੱਟ ਸਾਨੂੰ ਉਹਨਾਂ ਦਾ ਪਾਲਣ ਤਾਂ ਜ਼ਰੂਰ ਕਰਨਾ ਚਾਹੀਦਾ, ਕਿਸੇ ਹੋਰ ਦੇ ਲਈ ਨਹੀਂ, ਸਗੋਂ ਆਪਣੇ ਲਈ, ਆਪਣੇ ਟੱਬਰ ਦੇ ਜੀਆਂ ਦੇ ਲਈ, ਆਪਣੇ ਟੱਬਰ ਦੀ ਤੰਦਰੁਸਤੀ ਦੇ ਲਈ।
ਪਰ ਅਸੀਂ ਤਮਾਸ਼ਬੀਨ ਜਿਹਾ ਬਣਦੇ ਜਾਂਦੇ ਆ। ਜੇਕਰ ਕਿਸੇ ਥਾਂ ਦੇ ਉੱਤੇ ਕੁਝ ਵਾਪਰਿਆ, ਉੱਥੇ 200 ਬੰਦਾ ਖੜਾ ਹੋ ਜਾਂਦਾ ਹੈ। ਉਹਨਾਂ ਨੂੰ ਕੋਈ ਇਸ ਗੱਲ ਦਾ ਫਿਕਰ ਨਹੀਂ ਹੁੰਦਾ ਕਿ ਭਾਈ ਇਦਾਂ ਸਾਡਾ ਨੁਕਸਾਨ ਵੀ ਹੋ ਸਕਦਾ ਹੈ, ਲਾਗ ਅੱਗੇ ਤੋਂ ਅੱਗੇ ਵੀ ਵੱਧ ਸਕਦੀ ਹੈ। ਸੋ ਸਾਨੂੰ ਮਜਮਾ ਦੇਖਣ ਦੀ ਥਾਂ ਦੇ ਉੱਤੇ ਇਸ ਵਕਤ ਜ਼ਿੰਮੇਵਾਰ ਨਾਗਰਿਕ, ਜ਼ਿੰਮੇਵਾਰ ਪੰਜਾਬੀ ਹੋਣ ਦੀ ਭੂਮਿਕਾ ਪੰਜਾਬ ਦੇ ਵਿੱਚ ਅਦਾ ਕਰਨੀ ਚਾਹੀਦੀ ਹੈ। ਬਾਕੀ ਤੰਦਰੁਸਤੀ ਹਰ ਕਿਸੇ ਨੂੰ ਮਿਲੇ, ਕੋਈ ਵੀ ਬਿਮਾਰ ਨਾ ਹੋਵੇ, ਬਿਮਾਰ ਲੋਕ ਤੰਦਰੁਸਤ ਹੋ ਜਾਣ, ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ। ਪਰ ਸਰਕਾਰਾਂ ਦੇ ਨਾਲ ਨਾਲ ਲੋਕਾਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਪਵੇਗਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।